ਜੀਓ ਪਿੰਡ ਸਭ ਤੇਰਾ, ਕੋ ਨਾਨਕ ਸਭ ਤੇਰੀ ਵਡਿਆਈ, ਕੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨ ਜਾਣੇ ਮੇਰਾ, ਤੁਰ ਕੀ ਬਾਣੀ ਆਈ, ਸਗਲੀ ਚਿੰਤ ਮਿਟਾਈ। 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 ਪਰਮੇਸ਼ਰ ਤਿਥਾ ਬੰਨਾ, ਦੁਖ ਰੋਗ ਕਢੇਰਾ ਪੰਨਾ। ਅੰਧ ਕਰ ਹੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੁਆ ਸਭ ਥਾਈ, और ब्रह्म पूर्ण परमेश्वर। रब रहेगा सबनी जाई, रहाओ तुर की बाणी आई। तिन सगली चिंत मिटाई, दयाल पुरख मेहरबाना। हर नानक साच वखान। तुर की बाणी आई, सगली चिंत मिटाई।
ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਕਰਕੇ ਸਤ ਸੰਗਤ ਦਾ ਜੋੜ ਮੇਲਾ ਨਗਰ ਨਿਵਾਸੀ ਇਲਾਕਾ ਨਿਵਾਸੀਆਂ ਨੂੰ ਬਖਸ਼ੇ। ਗ੍ਰੰਥਾਂ ਵਿੱਚ ਬਾਣੀ ਵਿੱਚ ਇਸ ਸੰਸਾਰ ਨੂੰ ਵੀ ਮੇਲਾ ਕਿਹਾ ਗਿਆ। ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ, ਇਹ ਜੋ ਦੁਨੀਆ ਸ਼ਹਿਰ ਮੇਲਾ। ਸ਼ਹਿਰ ਕਹਿੰਦੇ ਨੇ ਫਾਰਸੀ ਵਿੱਚ ਮਦਾਰੀ ਨੂੰ। ਜੋ ਮਦਾਰੀ ਹੁੰਦੇ ਨੇ, ਜਗਲਰ ਆਉਂਦੇ ਨੇ ਪਿੰਡਾਂ ਸ਼ਹਿਰਾਂ ਵਿੱਚ, ਉਹੋ ਜਿਹਾ ਹੀ ਮੇਲਾ ਦੁਨੀਆ ਦਾ। ਅਕਾਲ ਪੁਰਖ ਭਗਵਾਨ ਈਸ਼ਵਰ ਖੇਡਾਂ ਖੇਡ ਰਿਹਾ, ਆਪਾਂ ਵੀ ਦੇਖਣ ਵਾਲੇ ਹਾਂ। ਪਰ ਕਈ ਖੇਡਾਂ ਵਿੱਚ ਐਸਾ ਜੀਵ ਗਿਆਨ ਵਿੱਚ ਆ ਜਾਂਦਾ ਹੈ, ਉਸ ਖੇਡ ਨੂੰ ਸੱਚ ਮੰਨ ਬੈਠਦਾ। ਜਦੋਂ ਤਮਾਸ਼ੇ ਨੂੰ, ਖੇਡ ਨੂੰ ਬੰਦਾ ਸੱਚ ਮੰਨ ਲਵੇ, ਖਤਾ ਖਾਵੇਗਾ, ਘਾਟਾ ਖਾਵੇਗਾ, ਅਗਿਆਨਤਾ ਦੇ ਵਸ ਹੋਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਸਾਰ ਨੂੰ ਸਮਝਾਇਆ ਕਿ ਗੁਰਮੁਖੋ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਸ। ਇਹੀ ਕਤੂਕ ਦੇ ਆਲੇ ਦੁਆਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਜੀਵਨ ਘੁੰਮ ਰਿਹਾ। ਆਪਾਂ ਗੱਲਾਂ ਕਰਦੇ ਹਾਂ, ਪੁੱਤ ਸਾਹਮਣੇ ਸ਼ਹੀਦ ਹੋਏ, ਘਬਰਾਇਆ ਨਹੀਂ। ਘਰ ਘਾਟ ਬਰਬਾਦ ਹੋ ਗਿਆ, ਘਬਰਾਏ ਨਹੀਂ। ਪੈਰਾਂ ਵਿੱਚ ਛਾਲੇ ਪਏ, ਸਾਰਾ ਪਰਿਵਾਰ ਵਿਛੜ ਗਿਆ, ਘਬਰਾਏ ਨਹੀਂ। ਗੱਲ ਇੱਕੋ ਸੀ, ਉਹ ਖੁਦ ਕੁਝ ਕਰ ਨਹੀਂ ਸੀ ਰਹੇ, ਉਹ ਹੁੰਦੇ ਨੂੰ ਵੇਖ ਰਹੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨੀ ਕਿ ਟੈਕਨੀਕ ਹੈ, ਜਦ ਬੰਦਾ ਖੁਦ ਕਰਨ ਵਾਲਾ ਕਹਾਊਗਾ ਨਾ, ਕਰਤਾ, ਬਸ ਦੁੱਖੇ ਦੁੱਖ ਨੇ, ਚਿੰਤਾ ਹੀ ਚਿੰਤਾ। ਜਦ ਕੇਵਲ ਦੇਖਣ ਵਾਲਾ ਬਣ ਜਾਵੇ, ਕੋਈ ਚਿੰਤਾ ਹੀ ਨਹੀਂ। ਆ ਮੰਡੀ 'ਚ ਬੈਠੇ ਆਪਾਂ, ਇੱਥੇ ਹੁਣ ਲਾ ਦੇਣੇ ਢੇਰ ਲਿਆ ਕੇ ਕਣਕਾਂ ਦੇ। ਮਾਲਕ ਵੀ ਖੜਾ ਹੈ, FCI ਦਾ ਇੰਸਪੈਕਟਰ ਵੀ ਖੜਾ ਹੈ, ਖਰੀਦਦਾਰ ਵੀ ਖੜਾ ਹੈ। ਬੋਲੀ ਹੋ ਰਹੀ ਹੈ, ਮਾਲਕ ਨੂੰ ਚਿੰਤਾ ਲੱਗੀ ਹੋਈ ਹੈ, ਘੱਟ ਨਾ ਬੋਲੀ ਲੱਗ ਜਾਵੇ। ਉਹ ਜਿਹੜਾ ਵਪਾਰੀ ਖਰੀਦਦਾਰ ਹੈ, ਉਹਨੂੰ ਚਿੰਤਾ ਲੱਗੀ ਵੀ ਹੈ ਵੀ ਕਿਤੇ ਵੱਧ ਪੈਸੇ ਨਾ ਦੇ ਹੋ ਜਾਣ, ਘਾਟਾ ਨਾ ਪੈ ਜਾਵੇ। ਜਿਹੜਾ ਮੇਰੇ ਵਰਗਾ ਕੋਲ ਖੜਾ ਹੈ, ਕੋਈ ਫਿਕਰੇ ਨਹੀਂ। ਅੱਜ ਕੇ ਆਖੋ ਸਤਨਾਮ ਸ੍ਰੀ। ਚਾਹੇ 370 ਲੱਗ ਜਾਵੇ, ਚਾਹੇ 420 ਲੱਗ ਜਾਵੇ, ਮੇਰੇ ਵਰਗੇ ਨੂੰ ਜਿਹਦੀ ਉਹ ਕਣਕ ਹੈ ਹੀ ਨਹੀਂ, ਉਹ ਦੇਖਣ ਵਾਲੇ ਨੂੰ ਚਿੰਤਾ ਹੀ ਨਹੀਂ। ਜਿਹੜਾ ਖਰੀਦਦਾਰ ਤੇ ਵੇਚਣ ਵਾਲਾ, ਦੋਵੇਂ ਚਿੰਤਾਤੁਰ ਨੇ। ਕਬੱਡੀ ਦਾ ਮੈਚ ਹੋ ਰਿਹਾ ਹੈ, ਦੋਹਾਂ ਟੀਮਾਂ ਨੂੰ ਚਿੰਤਾ ਹੈ, ਦੇਖਣ ਵਾਲੇ ਨੂੰ ਕਾਹਦੀ ਚਿੰਤਾ? ਸੱਟ ਵੱਜਣੀ ਹੈ, ਉਹਨਾਂ ਦੇ ਵੱਜਣੀ ਹੈ, ਹਾਰਨਾ ਹੈ ਉਹਨਾਂ ਨੇ, ਮਿੱਟੀ ਵਿੱਚ ਗੋਡੇ ਰਗੜ ਹੋਣੇ ਉਹਨਾਂ ਦੇ, ਦੇਖਣ ਵਾਲਾ ਹੱਸ ਰਿਹਾ। ਆ ਖੇਡ ਹੋ ਰਹੀ ਹੈ,
ਜੇ ਇਹਨੂੰ ਆਪਾਂ ਦੇਖਣ ਵਾਲੇ ਬਣ ਜਾਈਏ ਨਾ, ਦੇਖਣ ਆਇਓ ਜਗਤ ਤਮਾਸ਼ਾ, ਕੋਈ ਚਿੰਤਾ ਹੀ ਨਹੀਂ। ਚਿੰਤਾ ਕਿਉਂ ਹੋ ਗਈ? ਆਪਾਂ ਦੇਖਣ ਵਾਲੇ ਨਹੀਂ ਰਹੇ, ਆਪਾਂ ਕਰਨ ਵਾਲੇ ਬਣ ਗਏ। ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਤਮਾਸ਼ਾ ਕਰਨ ਵਾਲੇ ਬਣ ਗਏ। ਆ ਇੱਥੇ ਦੀ ਗੱਲ ਲੈ ਲਓ, ਆ ਜਿਹੜੇ ਕਾਲੇ ਝਾੜ ਦੇ 10-20 ਬੰਦੇ ਪ੍ਰਬੰਧਕ ਨੇ ਨਗਰ, ਕਈ ਦਿਨ ਦੀ ਚਿੰਤਾ ਲੱਗੀ ਵੀ ਹੋਣੀ ਹੈ। ਪੰਡਾਲ ਬਣਾਉਣਾ, ਲੰਗਰ ਚਲਾਉਣਾ, ਕਨਾਤਾਂ ਲਿਆਉਣੀਆਂ, ਪ੍ਰਬੰਧ ਕਰਨਾ। ਆ ਜਿਹੜੇ ਆਲੇ ਦੁਆਲੇ ਦੇ ਪਿੰਡ ਤੇ ਉਹਨਾਂ ਨੂੰ ਚਿੰਤਾ ਹੀ ਨਹੀਂ ਸੀ। ਸਤਨਾਮ ਸ੍ਰੀ ਵਾਹਿਗੁਰੂ। ਦੁਆਨ ਲੱਗ ਗਿਆ ਸੁਣ ਲੈਂਗੇ, ਜੇ ਨਾ ਲੱਗਿਆ ਵਿਗੜਨਾ ਹੀ ਕੱਖ ਨਹੀਂ। ਇੱਥੇ ਪਿੰਡ ਵਾਲਿਆਂ ਨੂੰ ਬੜੀ ਚਿੰਤਾ ਹੋਣੀ ਹੈ, ਜੇ ਸੰਤ ਨਾ ਆਇਆ ਪਿੰਡ ਵਾਲਿਆਂ ਨੇ ਟਿਕਣ ਨਹੀਂ ਦੇਣੇ। ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਕਿੰਨੀ ਚਿੰਤਾ ਕਰਨ ਵਾਲੇ ਨੂੰ। ਆਂਢੀ ਗੁਆਂਢੀ ਆਨੰਦ ਆ ਗਿਆ ਤਾਂ ਵੀ ਠੀਕ ਹੈ, ਨਾ ਆ ਗਿਆ ਤਾਂ ਵੀ ਠੀਕ ਹੈ। ਇਹ ਦੀਵਾਨ ਕਰਾਉਣ ਵਾਲੇ ਨੇ। ਹੁਣ ਮੈਨੂੰ ਬੜੀ ਚਿੰਤਾ ਹੈ, ਆ ਕੇ ਚਾਹ ਵੀ ਨਹੀਂ ਪੀਤੀ, ਵੀ ਲੇਟ ਹੋ ਗਏ। ਫੇਰ ਚਿੰਤਾ ਹੈ ਕਿਹੜਾ ਪ੍ਰਸੰਗ ਸੁਣਾਉਣਾ, ਕਿਵੇਂ ਕੋਈ ਗੱਲ ਬੋਲਣੀ ਹੈ, ਕੋਈ ਗ੍ਰਾਮੈਟਿਕਲੀ ਮਿਸਟੇਕ ਨਾ ਹੋ ਜਾਵੇ, ਕੋਈ ਇਤਿਹਾਸ ਤੋਂ ਉਲਟ ਨਾ ਬੋਲਿਆ ਜਾਵੇ, ਕੋਈ ਉਚਾਰਨ ਵਿੱਚ ਸ਼ਬਦ ਗਲਤ ਨਾ ਹੋ ਜਾਵੇ। ਤੁਸੀਂ ਆਰਾਮ ਨਾਲ ਬੈਠੇ, ਕੋਈ ਫਿਕਰੇ ਨਹੀਂ। ਸਤਨਾਮ ਸ੍ਰੀ ਵਾਹਿਗੁਰੂ। ਇਹੀ ਫਾਰਮੂਲਾ ਆਪਣੇ ਤੇ ਅਪਲਾਈ ਕਰ ਲੋ। ਉਸ ਵਾਹਿਗੁਰੂ ਨੂੰ ਕਹਿ ਦੋ, ਤੂੰ ਕਰ ਰਿਹਾ, ਮੈਂ ਦੇਖ ਰਿਹਾ। ਜਦ ਬੰਦਾ ਆਪਣੇ ਆਪ ਨੂੰ ਕਰਤਾ ਸਮਝਦਾ, ਬਸ ਪੈ ਗਿਆ ਜ਼ਿੰਮੇਵਾਰੀ ਚ, ਪੈ ਗਈ ਚਿੰਤਾ। ਮਹਾਰਾਜ ਕਹਿੰਦੇ ਦੇਖਣ ਆਇਓ ਜਗਤ ਤਮਾਸ਼ਾ, ਅਚਿੰਤ ਸਾਹਮਣੇ ਪੁੱਤਰ, ਘਰ ਘਾਟ ਬਰਬਾਦ। ਚਿੰਤਾ ਹੀ ਨਹੀਂ ਕਰੀ। ਇਹ ਜਿਹਦੇ ਬਣਾਏ ਹੋਏ ਸੀ ਉਹੀ ਸਮਾਪਤ ਕਰ ਰਿਹਾ ਹੈ, ਮੈਂ ਤਾਂ ਦੇਖਣ ਵਾਲਾ। ਥੋੜੇ ਬੱਚੇ ਇਸੇ ਗਰਾਊਂਡ ਵਿੱਚ ਜਦ ਖੇਡਦੇ ਨੇ, ਬਾੜਿਆਂ ਵਿੱਚ ਖੇਡਦੇ ਨੇ, ਗੁੰਨ ਕੇ ਨਾ ਮਿੱਟੀ ਕੰਧਾਂ ਵੀ ਬਣਾ ਲੈਂਦੇ, ਉੱਪਰ ਡੱਕਿਆਂ ਦੀ ਛੱਤ ਵੀ ਪਾ ਲੈਂਦੇ, ਗੇਟ ਵੀ ਰੱਖਦੇ। ਜਦੋਂ ਮਕਾਨ ਬਣਾਉਂਦੇ ਨੇ ਨਾ, ਕੋਠਾ ਆਪਣਾ ਖੇਡਦਾ, ਹੱਸਦੇ ਰਹਿੰਦੇ, ਛਾਲਾਂ ਮਾਰਦੇ, ਬਣਿਆ ਵੇਖ ਕੇ ਖੁਸ਼ ਹੁੰਦੇ। ਪਰ ਜਦ ਜਾਣ ਲੱਗੇ ਢਾਹ ਕੇ ਜਾਂਦੇ, ਜਦ ਵੀ ਤਾੜੀਆਂ ਹੀ ਮਾਰਦੇ ਹੁੰਦੇ। ਸਤਨਾਮ ਸ੍ਰੀ ਵਾਹਿਗੁਰੂ। ਜਦ ਉਹਨੂੰ ਲੱਤ ਮਾਰ ਕੇ ਗੇਰਨਗੇ ਨਾ ਮਕਾਨ ਨੂੰ, ਜਦ ਵੀ ਡੰਡੇ ਪਾਉਣਗੇ ਹੱਸਣ ਗਈ, ਰੋਂਦੇ ਨਹੀਂ ਵੀ ਬਣਾਇਆ ਤਾਂ ਢਾਹਤਾ। ਇਹਦਾ ਕਿਉਂ ਹੱਸਦਾ ਬੱਚਾ? ਬਣਾਉਣ ਲੱਗਿਆ ਵੀ ਹੱਸਿਆ, ਉਹਨੂੰ ਬਣਦੇ ਬਣੇ ਹੋਏ ਨੂੰ ਵੇਖ ਕੇ ਵੀ ਖੁਸ਼, ਉਹਨੂੰ ਢਹਿੰਦੇ ਨੂੰ ਵੇਖ ਕੇ ਵੀ ਖੁਸ਼। ਉਹਨੂੰ ਇੱਕੋ ਗਿਆਨ ਸੀ, ਇਹ ਦੇਖਣ ਨੂੰ ਇਹ ਬਣਾਇਆ, ਇੱਥੇ ਮੰਜਾ ਨਹੀਂ ਡਾਉਣਾ। ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਬੱਚੇ ਨੂੰ ਪਤਾ ਹੁੰਦਾ ਵੀ ਇੱਥੇ ਕੁਰਸੀ ਢਾ ਕੇ ਨਹੀਂ ਬੈਠਣਾ, ਇਹ ਤਾਂ ਮੈਂ ਦੇਖਣ ਨੂੰ ਬਣਾਇਆ ਸੀ, ਮੈਂ ਦੇਖ ਲਿਆ, ਬਣਾ ਕੇ ਚੱਲੀਏ। ਇਹ ਅਵਸਥਾ ਜਗਤ ਦੇ ਮੇਲੇ ਦੀ। ਜਿੱਦਣ ਇਸ ਅਵਸਥਾ ਵਿੱਚ ਆ ਗਏ, ਮਹਾਰਾਜ ਦੀ ਬਾਣੀ ਨੇ ਬਚਨ ਕਰ ਦਿੱਤਾ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਸਵਾਲ ਪੈਦਾ ਕਰੋਗੇ ਤੁਸੀਂ ਵੀ ਰੱਬ ਨੂੰ ਕਹਿੰਦੇ ਦਇਆਵਾਨ, ਮਿਹਰਬਾਨ, ਬਖਸ਼ਿੰਦ। ਦਇਆਵਾਨ ਕਿਵੇਂ ਹੋ ਗਿਆ? ਕਰੋੜਾਂ ਬੰਦੇ ਤਾਂ ਉਹਦੇ ਹੁਕਮ ਚ ਨਿਤ ਮਰਦੇ ਹੈ, ਦਇਆਵਾਨ ਕਿੱਥੇ ਰਹਿ ਜੂ? ਆਪੇ ਬਣਾਉਂਦਾ, ਆਪੇ ਢਾਉਂਦੇ ਨਾ।
ਮਰਦੇ ਵੀ ਤਾਂ ਉਹਦੇ ਹੁਕਮ ਵਿੱਚ ਨੇ, ਤੇ ਫਿਰ ਦਇਆਵਾਨ ਕਿਤੇ ਰਹਿ ਗਿਆ। ਦਇਆਵਾਨ ਤਾਂ ਹੀ ਹੈ, ਇਹ ਆਉਣਾ ਜਾਣਾ ਉਸ ਵਾਹਿਗੁਰੂ ਦੀ ਇੱਕ ਖੇਲ ਹੈ। ਜਿਵੇਂ ਬੱਚੇ ਦੀ ਖੇਲ ਸੀ, ਬਣਾਉਣਾ ਵੀ ਘਰ ਨੂੰ ਖੁਸ਼ੀ ਤੇ ਢਾਉਣਾ ਵੀ ਘਰ ਨੂੰ ਖੁਸ਼ੀ। ਦੁਖੀਓ ਨਹੀਂ ਹੈ, ਚਿੰਤ। ਪਰ ਆ ਜਿਹੜਾ ਮੇਲਾ ਹੈ, ਇਹ ਕੱਲਾ ਮੇਲਾ ਨਹੀਂ, ਇਹ ਸ਼ੇਰ ਮੇਲਾ ਨਹੀਂ। ਇਸ ਮੇਲੇ ਦਾ ਨਾਮ ਹੈ ਧਾਰਮਿਕ ਵਿਵਸਥਾ ਵਿੱਚ ਜੋੜ ਮੇਲਾ, ਸਤ ਸੰਗਤ ਦਾ ਮੇਲਾ। ਇਹ ਜਿਹੜਾ ਦੁਨੀਆ ਮੇਲਾ ਹੈ ਨਾ ਗੁਰਮਖੋ, ਇਹ ਵਾਹਿਗੁਰੂ ਤੋਂ ਵਿਛੋੜਦਾ ਹੈ। ਜਿਹੜਾ ਆ ਮੇਲਾ ਹੈ, ਇਹ ਵਾਹਿਗੁਰੂ ਨਾਲ ਜੋੜਦਾ ਹੈ। ਹਰਿ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੁਨੀਆ ਦਾ ਮੇਲਾ ਤਾਂ ਤੋੜ ਰਿਹਾ ਨਾ, ਤੇ ਤੋੜ ਰਿਹਾ ਵੀ ਕਹਿਣਾ ਹੁਣ ਠੀਕ ਨਹੀਂ। ਇਹਦਾ ਪ੍ਰੈਜੈਂਟ ਆ ਗਿਆ ਨਾ ਵੀ ਤੋੜ ਰਿਹਾ ਹੈ। ਹੁਣ ਤਾਂ ਤੋੜ ਦਿੱਤੇ ਕਹੋ ਵੀ ਸਾਨੂੰ ਵਾਹਿਗੁਰੂ ਤੋਂ ਇਹ ਜੱਗ ਦੇ ਮੇਲੇ ਨੇ ਤੋੜਤਾ। ਲੰਘ ਚੁੱਕਿਆ ਸਮਾਂ, ਕਹਿ ਲਓ ਵੀ ਟੁੱਟੇ ਹੋਈ ਹੈ। ਹੁਣ ਸਮਾਂ ਹੀ ਨਹੀਂ ਹੈ ਨਿਤਨੇਮ ਦਾ, ਸਮਾਂ ਹੀ ਨਹੀਂ ਗੁਰਮੁਖ ਪਿਆਰਿਓ ਗੁਰਦੁਆਰੇ ਮੰਦਿਰ ਵਿੱਚ ਜਾ ਕੇ ਬੈਠਣ ਦਾ, ਸਮਾਂ ਹੀ ਨਹੀਂ ਤੀਰਥਾਂ 'ਚ ਜਾਣ ਦਾ, ਸੁਖਮਨੀ ਸਾਹਿਬ ਪੜ੍ਹਨ ਦਾ ਸਮਾਂ ਹੀ ਨਹੀਂ। ਤਾਂ ਹੀ ਗੁਰਦੇਵ ਨੇ ਬਚਨ ਕੀਤਾ, ਸਤਿਯੁਗ ਦੇ ਵਿੱਚ ਸੱਚ, ਤ੍ਰੇਤੇ ਵਿੱਚ ਜਗ, ਦੁਆਪਰ ਵਿੱਚ ਪੂਜਾ। ਇਹ ਤਿੰਨੇ ਗੱਲਾਂ ਗੁਰੂ ਨਾਨਕ ਦੇ ਸਾਹਮਣੇ ਸੀ। ਪਰ ਬਾਬੇ ਨੂੰ ਇਹ ਵੀ ਪਤਾ ਸੀ, ਆ ਜਿਹੜਾ ਸਮਾਂ ਕਲਯੁਗ ਐਸੀ ਮਾਇਆ ਵਰਤੂਗੀ, ਇਹਨਾਂ ਤਿੰਨਾਂ ਚੀਜ਼ਾਂ ਤੋਂ ਜੱਗ ਨੂੰ ਤੋੜ ਦੂਗੀ। ਤੋੜਤੇ ਬਾਰ ਬਾਰ ਬਾਣੀ ਨੇ ਆਖਿਆ, ਇਸ ਮਾਇਆ ਮਮਤਾ ਮੋਣੀ ਨੇ, ਮਾਇਆ ਮਮਤਾ ਮੋਣੀ ਨੇ, ਮਾਇਆ ਮਮਤਾ ਮੋਣੀ ਨੇ, ਮਾਇਆ ਮਮਤਾ ਮੋਣੀ ਨੇ। ਇਸ ਮਾਇਆ ਮਮਤਾ ਮੋਣੀ, ਮਾਇਆ ਮਮਤਾ ਮੋਣੀ ਨੇ, ਮਾਇਆ ਮਮਤਾ ਮੋਣੀ ਨੇ, ਇਸ ਮਾਇਆ ਮਮਤਾ ਮੋਣੀ ਨੇ। ਉਮਰੇ ਚਰਨ ਵਿਸਾਰੇ, ਮਾਇਆ ਮਮਤਾ, ਇਸ ਮਾਇਆ ਮਮਤਾ ਮੋਣੀ ਨੇ। ਉਮਰੇ ਚਰਨ ਵਿਸਾਰੇ, ਮਾਇਆ ਮਮਤਾ ਮੋਣੀ ਨੇ, ਮਾਇਆ ਮਮਤਾ ਮੋਣੀ ਨੇ। ਵਾਹਿਗੁਰੂ ਤੁਮਰੇ ਚਰਨ ਵਿਸਾਰੇ, ਮਾਇਆ ਮਮਤਾ ਮੋਣੀ, ਮਾਇਆ ਮਮਤਾ ਮੋਣੀ ਨੇ। ਤੁਮਰੇ ਚਰਨ ਵਿਸਾਰੇ, ਮਾਇਆ ਮਮਤਾ ਮੋਣੀ ਨੇ, ਮਾਇਆ ਮਮਤਾ ਮੋਣੀ ਨੇ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਸਾਰੇ। ਗੁਰੂ ਅਮਰਦਾਸ ਜੀ ਨੇ ਵੀ ਆਖਿਆ ਆਨੰਦ ਸਾਹਿਬ ਵਿੱਚ, ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਮਾਇਆ ਬਾਬਤ ਦੱਸੋ ਤਾਂ ਸਹੀ ਕੀ ਹੈ। ਗੁਰੂ ਅਮਰਦਾਸ ਕਹਿੰਦੇ ਭਾਈ ਇਹ ਮਾਇਆ ਕੀ ਚੀਜ਼ ਹੈ ਜਿਤ ਹਰ ਵਿਸਰੇ।
ਪਹਿਲੀ ਗੱਲ ਰੱਬ ਨੂੰ ਭੁਲਾਊਗੀ, ਹਰ ਵਿਸਰ। ਦੂਜੀ ਗੱਲ ਮੋਹ ਉਪਜੇ, ਇੰਨਾ ਮੋਹ ਪਾ ਲੈਂਦੀ ਹੈ ਆਪਣੇ ਵਿੱਚ, ਮਾਂ ਬਾਪ ਤੇ ਭੈਣ ਭਾਈ ਵੀ ਪਰਾਏ ਹੋ ਜਾਂਦੇ ਆ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਪਿਆਰੇ ਨਹੀਂ ਲੱਗਦਾ ਇੰਨਾ ਮੋਹ। ਤੇ ਤੀਜਾ ਕੰਮ ਇਹ ਕਰਦੀ ਹੈ ਭਾਈ, ਭਾਉ ਦੂਜੇ ਲਾਇਆ। ਇੱਕ ਅਕਾਲ ਪੁਰਖ ਵੱਲੋਂ ਪ੍ਰੀਤ ਤੋੜ ਕੇ ਝੂਠੇ ਪਦਾਰਥਾਂ ਵਿੱਚ ਲਾ ਦਿੰਦੀ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਇਹ ਮਦਾਰੀ ਦੇ ਤਮਾਸ਼ੇ ਵਿੱਚ ਫਸ ਜਾਣਾ ਕਲਯੁਗੀ ਜੀਵਾਂ ਨੇ। ਸਤਿਯੁਗ ਜਿਹੜਾ ਯੁੱਗ ਸੀ ਗੁਰਮੁਖੋ, ਉਹਦੇ ਵਿੱਚ ਕੋਈ ਕਰਮ ਧਰਮ ਕਰਨ ਦੀ ਲੋੜ ਨਹੀਂ ਸੀ। ਕਿਉਂ ਨਹੀਂ ਸੀ ਲੋੜ? ਜੁਗੇ ਸੱਚ ਦਾ ਸੀ। ਉਦੋਂ ਲੋੜ ਪੈਂਦੀ ਹੈ ਸਰੀਰ ਨੂੰ ਟੀਕੇ ਲਾਉਣ ਦੀ ਜੇ ਕਮਜ਼ੋਰੀ ਹੋ ਜਾਵੇ। ਜੇ ਸਰੀਰ ਤੰਦਰੁਸਤ ਹੈ, ਮੱਕੀ ਦੀ ਰੋਟੀ ਤੇ ਸਾਗ ਹੀ ਬਥੇਰਾ ਹੈ। ਸਤਨਾਮ ਸ੍ਰੀ ਵਾਹਿਗੁਰੂ। ਬਹੁਸੇ ਨਾਲ ਹੀ ਠੀਕ ਹੈ। ਆ ਵੇਖ ਲੋ ਭਈਏ ਤੁਹਾਡੀ ਖੇਤਾਂ 'ਚ ਕੰਮ ਕਰਦੇ ਆ, ਕਿੰਨੇ ਕੁ ਤਕੜੇ ਉਹਨੇ ਚੌਲ, ਕਿੰਨੇ ਕੁ ਤਕੜੇ ਆ ਆਲੂ। ਨਾਲੇ ਮੈਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ, ਬੀਬੀਆਂ ਚੌਲ ਔਰ ਆਲੂ ਵੀ ਉਹ ਦੰਨੀਆਂ ਜਿਹੜੇ ਆਪਣੇ ਕੰਮੇ ਨਾ ਹੋਣ। ਆਖੋ ਸਤਨਾਮ ਸ੍ਰੀ ਹੈ। ਪਤਾ ਸਾਡੇ ਵੀ 12-14 ਰਹਿਣੇ ਡੇਰੇ ਐਨ ਕਿਣੀਆਂ ਜੀਆਂ ਜਿਹੜੀਆਂ ਗਾਹਾਂ ਨਿਕਲੀਆਂ ਹੋਣ। ਆਲੂ ਵੀ ਉਹ ਦਈਦਾ ਵੀ ਜਿਹੜਾ ਹੁਣ ਕੱਲ ਨੂੰ ਜੰਮੇ ਪੈਣਾ ਇਹਨੇ। ਵੇਖ ਲਓ ਉਹਨਾਂ ਨੂੰ ਖਾਣੇ ਤੇ 24 ਘੰਟੇ ਵਿੱਚੋਂ 18 ਘੰਟੇ ਕੰਮ ਕਰਦੇ। 18 ਘੰਟੇ ਨਾ ਦੁੱਧ ਹੈ, ਨਾ ਘੀ ਹੈ, ਨਾ ਵਿਚਾਰੇ ਨੇ ਕਦੇ ਸੇਬ ਖਾਦੇ, ਨਾ ਖੋਏ ਦੀਆਂ ਪਿੰਨੀਆਂ ਬਣਦੀਆਂ। ਅਰੇ ਦੇਖ ਲੋ ਤੰਦਰੁਸਤ ਸਰੀਰ ਜਦੋਂ ਹੋਵੇ ਨਾ ਕੰਮਕਾਰ ਕਰਦਾ। ਇੱਥੇ ਤਾਂ ਮਰ ਗਏ ਮੱਛਰਦਾਨੀਆਂ ਲਿਆਉਂਦੇ, ਮਰ ਗਏ ਰਾਤ ਨੂੰ ਧੂਪਾਂ ਜੀਆਂ ਲਾਉਂਦੇ, ਕੋਈ ਸਪਰੇਅ ਕਰਦਾ ਫਿਰਦਾ, ਮੱਛਰ ਨੇ ਖਾ ਲੇ। ਆਨ ਝੱਗੇ ਖੋਲ ਕੇ ਜੀਰੀ ਦੇ ਵਿੱਚ ਪਏ ਹੁੰਦੇ, ਮੱਛਰ ਨੇੜੇ ਹੀ ਨਹੀਂ ਆਉਂਦਾ। ਦੇਖਿਆ ਕਿ ਜੇ ਆਪਾਂ ਉੱਥੇ ਬੈਠ ਜਾਈਏ ਨਾ 2 ਮਿੰਟ, ਖਾ ਲਵੇ ਆਪਾਂ ਨੂੰ ਬੈਠਿਆਂ ਨੂੰ, ਗਿੱਟੇ ਹੀ ਵੱਢਣ ਲੱਗ ਜਾਂਦੇ। ਆਪਾਂ ਦੇਖੋ ਗਿੱਟੇ ਨੰਗੇ ਹੁੰਦੇ ਨਾ ਆਪਣੇ। ਉਹ ਸਾਰੀ ਰਾਤ ਪੈ ਰਹੇ ਨੇ। ਕਹਿਣ ਤੋਂ ਭਾਵ ਜਦ ਸਰੀਰ ਤੰਦਰੁਸਤ ਹੁੰਦਾ ਨਾ, ਵਿਟਾਮਿਨ ਦੀ Larghi presenti da potrebbe essere parlando di una pianeta. Hai fatto che ti anche per me che non so, potrebbe fare un contatto. ਸਤਨਾਮ ਸ੍ਰੀ ਵਾਹਿਗੁਰੂ। ਤ੍ਰੇਤੇ ਦੀ ਭਗਤੀ ਹੈ ਜਗ। ਉਹ ਜਿਹੜੀ ਕਮਜ਼ੋਰੀ ਆਈ ਸੱਚ ਤੋਂ, ਉਹ ਜਗ ਪੂਰੀ ਕਰੀ ਜਾਵੇ ਨਾਲ ਦੀ ਨਾਲ।
ਤੇ ਭਗਵਾਨ ਕ੍ਰਿਸ਼ਨ ਮਹਾਰਾਜ ਦੁਆਪਰ ਵਿੱਚ ਆਏ, ਉਹਨਾਂ ਨੇ ਵੇਖਿਆ ਕਮਜ਼ੋਰੀ ਜ਼ਿਆਦੇ ਹੋ ਗਈ, ਜੱਗ ਤੋਂ ਵੀ ਪੂਰੀ ਨਹੀਂ ਹੋਣੀ, ਦਾਨ ਤੋਂ ਵੀ ਪੂਰੀ ਨਹੀਂ ਹੋਣੀ। ਉਹਨਾਂ ਨੇ ਵੀ ਪੂਜਾ ਉਪਾਸਨਾ, ਸ੍ਰੀ ਮਦ ਭਗਵਤ ਗੀਤਾ ਜੀ ਦਾ ਵਿਚਾਰ ਕਰਮ ਉਪਾਸਨਾ ਤੇ ਗਿਆਨ, ਇਸੇ ਚੀਜ਼ ਤੇ ਭਗਵਾਨ ਕ੍ਰਿਸ਼ਨ ਮਹਾਰਾਜ ਨੇ ਜ਼ੋਰ ਦਿੱਤਾ। ਉਪਾਸਨਾ ਪੂਜਾ ਦੋ ਚੀਜ਼ਾਂ ਹਨ, ਜੋ ਜੱਗ ਤੋਂ ਵੀ ਪੂਰੀ ਨਾ ਹੋਈ ਚੀਜ਼ ਦਾਨ ਤੋਂ, ਉਹ ਉਪਾਸਨਾ ਪੂਜਾ ਕਰਤੀ ਖੜੀ। ਤੇ ਬਾਬੇ ਨਾਨਕ ਦਾ ਸਮਾਂ ਆਇਆ ਕਲਯੁਗ, ਬਾਬੇ ਨਾਨਕ ਨੇ ਵੇਖਿਆ ਨਾ ਤਾਂ ਸੱਚ ਬੋਲਣਾ ਹੈ ਲੋਕਾਂ ਨੇ, ਇੱਥੇ ਮੇਰੇ ਵਰਗੇ ਤਾਂ ਧਾਰਨਾ ਪੜ੍ਹ ਦਿੰਦੇ ਆ, ਕਹਿੰਦੇ ਸੱਚ ਦਾ ਕਾਲ ਪੈ ਗਿਆ। ਹਾਂ, ਸੱਚ ਦਾ ਕਾਲ ਪੈ ਗਿਆ, ਤੂੰ ਕਾਲੇ ਝਾੜੇ ਫਿਰਦਾ ਜੇ ਸਤਨਾਮ ਸ੍ਰੀ ਪਟਿਆਲਾ ਇੱਥੇ ਫਿਰਦੇ। ਭਲੇ ਮਾਨਸੋ, ਜੇ ਸੱਚੇ ਨਾ ਰਿਹਾ ਧਰਤੀ ਰਹਿ ਜੂਗੀ। ਸੱਚ ਕੋਈ ਡੀਜ਼ਲ ਹੈ ਜਿਹਦੀ ਸ਼ਾਰਟੇਜ ਹੋ ਗਈ ਨਾ, ਯੂਰੀਆ ਰਿਹਾ ਵੀ ਮਿਲਣ ਤੇ ਹਟ ਗਿਆ। ਸੱਚ ਤਾਂ ਉਦੋਂ ਵੀ ਇੱਥੇ ਸੀ ਜਦੋਂ ਇਹ ਜੱਗ ਹੈ ਹੀ ਨਹੀਂ ਸੀ, ਉਦੋਂ ਵੀ ਇੱਥੇ ਹੋਊਗਾ ਜਦੋਂ ਇਸ ਜੱਗ ਨੇ ਹੋਣਾ ਹੀ ਨਹੀਂ। ਆਦ ਸੱਚ ਵਾਹਿਗੁਰੂ ਜੁਗਾਦ ਸੱਚ, ਆਦ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ, ਆਦ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ, ਆਦ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ। ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ, ਆਦ ਸੱਚ ਵਾਹਿਗੁਰੂ ਸੱਚ ਵਾਹਿਗੁਰੂ, ਆਦ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ, ਆਦ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ। ਸੱਚ ਕਾਲ ਕੂੜ ਵਰਤਿਆ, ਇਹਦਾ ਅਰਥ ਭਾਈ ਜੇ ਲੈਣਾ ਤਾਂ ਵਰਤਿਆ ਸ਼ਬਦ ਤੋਂ ਲੈ। ਹੁਣ ਵਰਤਿਆ ਇਹ ਤੁਹਾਡੇ ਨਿੱਤ ਦੇ ਜੀਵਨ ਦਾ ਸ਼ਬਦ ਹੈ। ਆ ਕੋਲੇ ਹੁਣ ਲੰਗਰ ਵਿੱਚ ਕਹਿਣਾ ਨਹੀਂ ਚਾਹ ਵਰਤਾ ਦੋ, ਪ੍ਰਸ਼ਾਦਾ ਵਰਤਾ ਦੋ, ਕਹਿਣਗੇ ਜਲ ਵਰਤ ਲੈ। ਵਰਤਿਆ ਸ਼ਬਦ ਦਾ ਅਰਥ ਹੈ ਇਸਤੇਮਾਲ ਕਰਨਾ, ਯੂਜ਼ ਕਰਨਾ, ਵਰਤੋਂ ਵਿੱਚ ਲਿਆਉਣੀ ਕੋਈ ਚੀਜ਼। ਉਹ ਸੱਚ ਕਿਤੇ ਗਿਆ ਨਹੀਂ ਗੁਰਮੁਖੋ, ਸੱਚ ਆਪਾਂ ਨੇ ਵਰਤਣਾ ਛੱਡਤਾ। ਸਤਨਾਮ ਸ੍ਰੀ ਵਾਹਿਗੁਰੂ। ਜਿਸ ਬੰਦੇ ਨੂੰ ਸ਼ੂਗਰ ਹੋ ਜਾਵੇ ਉਹ ਕਵੇ ਮਿੱਠਾ ਪਾਕਿਸਤਾਨ ਚਲੇ ਗਿਆ, ਕਾਲ ਪੈ ਗਿਆ, ਨਹੀਂ ਉਹਦੇ ਘਰੇ ਬੋਰੀ ਪਈ ਹੈ, ਉਹਨੇ ਵਰਤਣਾ ਹੀ ਛੱਡਤਾ। ਆ 2 ਮਹੀਨੇ ਨੂੰ ਹੁਣ ਤੁਹਾਡੇ ਘਰਾਂ ਜਾਵਾਂਗੇ, ਉੱਥੇ ਰਜਾਈ ਦਿਖਣੀ ਓ ਨਹੀਂ, ਕੰਬਲ ਦਿਖਣਾ ਹੀ ਨਹੀਂ। ਹੁਣ 4-4 ਪਈਆਂ ਬਿਸਤਰਿਆਂ 'ਚ। ਮੇਰੇ ਵਰਗਾ ਕਵੇ ਰਜਾਈਆਂ ਦਾ ਕਾਲ ਪੈ ਗਿਆ। ਨਾ ਨਾ, ਹੈ ਤਾਂ ਘਰੇ ਵਿਚਾਰੀਆਂ ਸੰਦੂਕ 'ਚ ਰੱਖਤੀਆਂ। ਸਤਨਾਮ ਸ੍ਰੀ ਵਾਹਿਗੁਰੂ। ਹੈ ਤੁਹਾਡੇ ਕੰਬਲ ਹੋਣੇ ਤਾਂ ਘਰੇ, ਤੁਸੀਂ ਵਰਤਣ ਤੇ ਹਟ ਜਾਣੇ। ਹੁਣ ਤੁਹਾਡੇ ਚੋਂ ਕੋਈ ਕਵੇ ਵੀ ਬਰਫ਼ ਦਾ ਕਾਲ ਪੈ ਗਿਆ। ਬਰਫ਼ ਤਾਂ ਪੋ ਮਾਘ ਵਿੱਚ ਅੱਗੇ ਨਾਲੋਂ ਵੀ
ਚੌਗੁਣੀ ਹੁੰਦੀ ਹੈ, ਪਹਾੜ ਵੀ ਢੱਕ ਲੈਂਦੀ ਹੈ, ਤੁਹਾਡੇ ਖੇਤਾਂ ਵਿੱਚ ਵੀ ਪੈਣ ਲੱਗ ਜਾਂਦੀ ਹੈ ਬਰਫ਼। ਕਾਲ ਨਹੀਂ ਪਿਆ। ਅੱਜ ਕੱਲ ਆਪਾਂ ਬਰਫ਼ ਵਰਤਣੀ ਛੱਡ ਦਿੰਨੇ। ਸੱਚ ਹੈਗਾ ਘਰਾਂ ਕੋਲੇ, ਕਣ ਕਣ ਵਿੱਚ ਵਿਆਪਕ ਹੈ, ਪਰ ਹੁਣ ਕਲਯੁਗੀ ਜੀਵਾਂ ਨੇ ਸੱਚ ਵਰਤਣਾ ਛੱਡਤਾ, ਇਸਤੇਮਾਲ ਕਰਨਾ ਛੱਡਤਾ। ਤੇ ਗੁਰੂ ਨਾਨਕ ਨੇ ਵੇਖਿਆ ਸੱਚ ਇਹਨਾਂ ਨੇ ਵਰਤਣਾ ਨਹੀਂ ਹੈ। ਕੂੜ ਦਾ ਪਸਾਰ ਹੈ, ਕੂੜ ਦਾ ਨਿਉ ਹੈ, ਕੂੜ ਕੂੜੈ ਨੇਹੋਂ ਲੱਗਾ ਵਿਸਰਿਆ ਕਰਤਾਰ। ਕਰਤਾਰ ਕਹਿ ਲੋ, ਸੱਚ ਕਹਿ ਲੋ, ਕਦੇ ਦੋ ਚੀਜ਼ਾਂ ਨੇ। ਸਾਚੀ ਵਾਹਿਗੁਰੂ, ਸਾਚੀ ਭਗਵਾਨ, ਸੱਚੇ ਕਰਤਾਰ ਹੈ ਨਾ। ਪਿਆਰ ਝੂਠ ਨਾਲ ਹੋ ਗਿਆ ਤੇ ਸੱਚ ਵਿਸਰ ਗਿਆ। ਤਾਂ ਗੁਰਮੁਖ ਪਿਆਰਿਓ, ਦੂਜੀ ਨਿਗਾਹ ਗੁਰੂ ਨਾਨਕ ਨੇ ਮਾਰੀ ਕਿ ਜਿਹੜੇ ਜਗ ਕਰਮ ਹੈ ਨਾ ਤ੍ਰੇਤੇ ਦਾ, ਕਲਯੁਗ ਵਿੱਚ ਇਹ ਵੀ ਨਹੀਂ ਹੋਣੇ। ਹੁਣ ਕਰੀ ਜਾਓ ਬੇਸ਼ੱਕ, ਪਰ ਔਖਾ ਹੀ ਹੈ ਕੰਮ। ਬਾਬੇ ਨਾਨਕ ਨੇ ਫੈਸਲਾ ਲਿਖਤਾ ਕਿ ਥਾਂ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਹ ਜਗ। ਗੁਰੂ ਨਾਨਕ ਕਹਿੰਦੇ ਕਲਯੁਗ ਵਿੱਚ ਜਗ ਕਰਨ ਵਾਲੀ ਜਗ੍ਹਾ ਹੀ ਭ੍ਰਿਸ਼ਟ ਹੋ ਜਾਣੀ ਹੈ। ਜਗ ਕਿੱਥੇ ਕਰੋਗੇ ਜੇ ਤੁਹਾਡਾ ਖੇਤ ਹੀ ਠੀਕ ਨਹੀਂ? ਫਿਰ ਯੂਨੀਵਰਸਿਟੀ ਦਾ ਬੀਜ, ਫਿਰ ਡਾਇਆ, ਫਿਰ ਯੂਰੀਆ ਕਿਆ ਕਰੂਗਾ? ਖੇਤ ਹੀ ਠੀਕ ਨਹੀਂ ਹੈ। ਇਹਦੇ ਦੋ ਅਰਥ ਨੇ। ਇੱਕ ਤਾਂ ਜਿਹੜੇ ਧਰਮ ਸਥਾਨ ਜਿੱਥੇ ਜਗ ਹੁੰਦੇ ਸੀ, ਉਹ ਧਰਮ ਸਥਾਨ ਕਲਯੁਗੀ ਲੋਕਾਂ ਨੇ ਭ੍ਰਿਸ਼ਟ ਕਰਤੇ। ਕਿਹੜਾ ਧਰਮ ਸਥਾਨ ਬਚਿਆ ਜਿਸ ਤੀਰਥ ਤੇ ਲੋਕ ਸ਼ਰਾਬ ਨਾ ਪੀਂਦੇ ਹੋਣ, ਆਂਡੇ ਨਾ ਖਾਂਦੇ ਹੋਣ, ਮੱਛੀਆਂ ਦੇ ਪਕੌੜੇ ਨਾ ਚੱਲਦੇ ਹੋਣ? ਚਲੋ ਤੀਰਥਾਂ ਨੂੰ ਤੇ ਛੱਡੋ, ਆਪਣੇ ਘਰਾਂ 'ਚ ਕੀ ਬਣ ਰਿਹਾ? ਉਧਰ ਮਹਾਰਾਜ ਪ੍ਰਕਾਸ਼ ਹੈ, ਭਾਈ ਜੀ ਆਨੰਦ ਕਾਰਜ ਕਰਾਉਂਦਾ ਤੇ ਤੰਬੂ ਦੇ ਇਧਰਲੇ ਪਾਸੇ ਲਾ ਕੇ ਮਹਾਰਾਜ ਦੇ ਮੱਛੀ ਤਲੀ ਜਾ ਰਹੀ ਹੈ ਵੀ ਸੱਚੇ ਪਾਤਸ਼ਾਹ ਲੈ ਲੈ ਸਗੰਧੀ। ਉਧਰ ਢੋਲਕੀ ਚੈਣੇ ਵੱਜਦੇ ਆ, ਉਧਰ ਚੂਚੇ ਚੂੰ ਚੂੰ ਕਰਦੇ ਆ ਜਿਨ੍ਹਾਂ ਨੂੰ ਵੱਢ ਰਹੇ। ਇਹ ਫਿਰ ਆਨੰਦ ਕਾਰਜ ਹੋ ਗਿਆ, ਕਸਾਈਖਾਨਾ ਹੋ ਗਿਆ। ਇਹ ਵਿਆਹ ਥਾਂ ਨਸ਼ਟ ਜਗ ਭ੍ਰਿਸ਼ਟ ਹੋਏ। ਉਹ ਗੁਰੂ ਗ੍ਰੰਥ ਸਾਹਿਬ ਘਰ ਲਿਆ ਕੇ, ਉਹ ਤਾਂ ਮਹਾਨ ਜਗ ਸੀ, ਧੀ ਦਾ ਦਾਨ, ਕੰਨਿਆ ਦਾ ਦਾਨ, ਪਰ ਤੁਸੀਂ ਉਹ ਘਰੇ ਭ੍ਰਿਸ਼ਟ ਕਰ ਲਿਆ, ਵਿਕਾਰ ਪਾ ਕੇ ਉੱਥੇ, ਤੇ ਜਗ ਕਿਤੇ ਹੋਊਗਾ? ਨੰਬਰ 2, ਅਸਲ ਜਗ ਹੋਣਾ ਆ ਦੇਹ ਰੂਪੀ ਧਰਤੀ ਵਿੱਚ। ਇਹ ਹੈ ਜਗ ਦਾ ਥਾਨ, ਇਹ ਹੈ ਦਾਨ ਪੁੰਨ ਕਰਨ ਦਾ ਥਾਂ। ਮੋਹ ਵੀ ਹੁਣ ਤੁਸੀਂ ਮੇਤੇ ਕਾਹਨੂੰ ਕਹਾਉਂਦੇ ਹੋ? ਜਿੱਥੇ ਤੁਸੀਂ ਦਾਨ ਪੁੰਨ ਪ੍ਰਸ਼ਾਦਾ ਵਸਤਰ ਦਾ ਬੀਜ ਪਾਉਨੇ ਹੈ, ਉਹ ਸਾਡੀਆਂ ਦੇਹਾਂ ਹੀ ਕਲਰ ਹੋ ਗਈਆਂ, ਥੋੜਾ ਬੀਜ ਕੀ ਕਰੂਗਾ? ਕੋਈ ਹੈ ਸਾਡਾ ਕਰਮ ਧਰਮ? ਨਾ ਗੁਰਦੁਆਰੇ ਦੇ ਗ੍ਰੰਥੀ ਦਾ, ਨਾ ਪੰਡਤ ਦੇ ਪੁਜਾਰੀ ਦਾ, ਤੇ ਮੌਲਵੀ ਤੇ ਮੁੱਲਾ ਨੂੰ ਤਾਂ ਪਹਿਲਾਂ ਹੀ ਗੁਰੂ ਨਾਨਕ ਕਹਿ ਗਏ ਸੀ, ਵੱਡੀ ਲੈ ਕੇ ਹੱਕ ਗਵਾਏ। ਥੋੜੀ ਜੀ ਰਾਜ ਭਾਗ ਵਿੱਚ ਸਤਾ ਮੁਸਲਮਾਨਾਂ ਨੇ ਕਾਜ਼ੀਆਂ ਨੂੰ ਦਿੱਤੀ ਸੀ, ਵੇਖ ਲੋ ਕੀ ਹਾਲ ਹੋ ਗਿਆ ਸੀ। ਮੁਸਲਮਾਨ ਕੌਮ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਪ੍ਰੀਸਟ ਪੁਜਾਰੀ ਨੂੰ, ਧਾਰਮਿਕ ਬੰਦੇ ਨੂੰ ਇਹ ਪਾਵਰ ਦਿੱਤੀ ਵੀ ਜੋ ਤੂੰ ਫੈਸਲਾ ਕਰੇਗਾ ਉਹ ਮਨਜ਼ੂਰ ਹੈ। ਉਹ ਕਿੰਨੀ ਗਲਤ ਵਰਤੋਂ ਕੀਤੀ ਕਾਜ਼ੀਆਂ ਨੇ।
ਜਿਹਨੇ ਰਿਸ਼ਵਤ ਦੇਤੀ ਉਹਦੇ ਹੀ ਹੱਕ ਦਾ ਫੈਸਲਾ। ਅੱਜ ਕੇ ਆਖੋ ਸਤਨਾਮ ਸ੍ਰੀ ਭਾਈ ਗੁਰਦਾਸ ਨੂੰ ਲਿਖਣਾ ਹੋਇਆ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਤੇ ਗੁਰਮੁਖ ਪਿਆਰਿਓ, ਉਹੀ ਗੱਲ ਹੁਣ ਸਾਡੇ ਵਿੱਚ। ਅਸੀਂ ਖੰਡ ਪਾਠ ਕਰਕੇ ਪੂਜਾ ਲੈ ਕੇ ਘਰ ਨੂੰ ਨਹੀਂ ਜਾਂਦੇ ਵੀ ਨਿਆਣਿਆਂ ਨੂੰ ਕੇਲੇ ਲੈ ਚਲੀਏ, ਸੇਬ ਲੈ ਚਲੀਏ। ਨਹੀਂ, ਪਹਿਲਾਂ ਭਵਾਨੀਗੜ੍ਹ 6 ਕਾਂਡੇ ਖਾਏਂਗੇ, ਕਹਿੰਦੇ ਗਲਾ ਠੀਕ ਹੋ ਜਾਵੇ। ਬਾ ਹੋ ਗਿਆ ਜਗ ਸਫਲ। ਇਹ ਤਾਂ ਮੰਨ ਲਓ ਭਜਨ ਸ਼ਾਸਤਰਾਂ ਦਾ, ਸ਼ਾਸਤਰ ਵਿੱਚ ਪੰਡਤ ਹਰਦਿਆਲ ਹੋਏ ਨੇ ਬਹੁਤ ਵੱਡੇ ਵਿਦਵਾਨ, ਉਹਨਾਂ ਨੇ ਸਾਰ ਕੁਤਾਬਲੀ ਗ੍ਰੰਥ ਲਿਖਿਆ। 16 ਅਧਿਆਏ ਉਸ ਗ੍ਰੰਥ ਦੇ, ਸਾਰੀਆਂ ਟਕਸਾਲਾਂ ਚ ਪੜਾਇਆ ਜਾਂਦਾ ਗੁਰਮਤਿ ਵਿੱਚ ਉਹ ਗ੍ਰੰਥ। ਉਸ ਪੰਡਤ ਜੀ ਨੇ ਕੀ ਲਿਖਿਆ, ਕਹਿੰਦਾ ਜਿਉਂ ਇੱਕ ਬਾਪੀ ਤੋਏ, ਈਖ ਸੰਗ ਮਿਲ ਮਧਰਿਆਤ, ਕੰਠਤਾ ਨਿਮ ਸਮੋਏ, ਭੋਜਨ ਪਾਤਰ ਕੁਪਾਤਰ ਤੇ। ਬਾਪੀ ਕਹਿੰਦੇ ਸੰਸਕ੍ਰਿਤ ਵਿੱਚ ਖੂਹ ਨੂੰ, ਤੋਏ ਕਹਿੰਦੇ ਪਾਣੀ ਨੂੰ। ਉਹ ਸ਼ਾਸਤਰ ਦਾ ਕਰਤਾ ਕਹਿੰਦਾ ਇੱਕ ਖੂਹ ਦੇ ਪਾਣੀ ਦੀਆਂ 2 ਬਾਲਟੀਆਂ ਕੱਢ ਲੋ। ਮਹਾਰਾਜ ਕਹਿੰਦੇ ਆਸਦਾਨ, ਗਾਜਦਾਨ, ਸੇਜਾ ਨਾਰੀ ਭੂਮਦਾਨ, ਆਸ ਅਸਭ ਘੋੜਾ, ਗਾਜ ਹਾਥੀ, ਸੇਜਾ ਕਹੀਏ ਮਕਾਨ ਜਿੱਥੇ ਰਹਿਨੇ, ਭੂਮ ਕਹੀਏ ਜ਼ਮੀਨ, ਨਾਰੀ ਇਸਤਰੀ। ਮਹਾਰਾਜ ਕਹਿੰਦੇ ਐਸੋ ਦਾਨ ਨਿਤ ਨਿਤੈ ਕੀਜੇ, ਪਰ ਰਾਮ ਨਾਮ ਸਰ ਤਉ ਨਾ ਪੂਜੇ। ਜਿਹੜਾ ਵਾਹਿਗੁਰੂ ਦੇ ਨਾਮ ਜਪਣ ਜਿੰਨਾ ਦਾਨ ਹੈ ਨਾ, ਨਹੀਂ ਪੁੱਜੇਗਾ। ਅਬ ਕਲੂ ਆਇਓ ਰੇ ਇੱਕ ਨਾਮ ਬੀਜ, ਕਲੂ ਆਇਓ ਇੱਕ ਨਾਮ ਬੀਜ ਲੋ। ਅਬ ਕਲੂ ਆਇਓ ਇੱਕ ਨਾਮ ਬੀਜ, ਕਲੂ ਆਇਓ ਰੇ ਇੱਕ ਨਾਮ ਬੀਜ ਲੋ। ਨਾਮ ਬੀਜ ਲੋ, ਕਲੂ ਆਇਓ ਨਾਮ ਬੀਜ ਲੋ।
ਜਿੱਥੇ ਨਾਮ ਆ ਗਿਆ ਉਥੇ ਸੱਚ ਨੇ ਆ ਜਾਣਾ। ਗੁਰਮੁਖੋ ਕਿਉਂ? ਨਾਮ ਹੈ ਹੀ ਸੱਚੇ ਦਾ। ਇੱਥੇ ਤਾਂ ਆਪਣੇ ਵੀ ਨਾਮ ਹੈਗੇ, ਨਾਮ ਤਾਂ ਆਪਣੇ ਵੀ ਹੈਗੇ ਭਾਈ, ਆਪਾਂ ਆਪ ਝੂਠੇ ਐ ਤੇ ਨਾਮ ਕਿਵੇਂ ਸੱਚਾ ਹੋ ਜਾਊ? ਉਹ ਅਕਾਲ ਪੁਰਖ ਆਪ ਸੱਚਾ, ਉਹਦਾ ਜਿੱਥੇ ਨਾਮ ਆ ਗਿਆ ਤੇ ਸੱਚ ਆ ਜਾਣਾ। ਤੇ ਗੁਰਮੁਖ ਪਿਆਰਿਓ, ਜਗ ਦਾਨ ਐਡਾ ਵੱਡਾ ਦਾਨ ਨਹੀਂ ਕੋਈ ਜੇ ਵਾਹਿਗੁਰੂ ਦਾ ਨਾਮ ਜਪ ਲਵੇ। ਕੀ ਲਿਖਿਆ ਮਹਾਰਾਜ ਨੇ? ਜੈਤ ਸ੍ਰੀ ਪੜ੍ਹ ਲਓ। ਮਹਾਰਾਜ ਕਹਿੰਦੇ ਸਭ ਤੀਰਥ ਜਗ ਪੁੰਨ ਤੋਲ ਤੋਲਾਹਾ। ਇੱਕ ਤਾਂ ਕਿਸੇ ਦੀ ਲਿਖੀ ਵੀ ਗੱਲ ਪੜ੍ਹ ਕੇ ਕਹਿ ਦੇਣੀ, ਇੱਕ ਕਿਸੇ ਤੋਂ ਸੁਣ ਕੇ ਕਹਿ ਦੇਣੀ, ਇੱਕ ਅੱਖਾਂ ਨਾਲ ਦੇਖ ਕੇ ਕਹਿ ਦੇਣੀ। ਇੱਕ ਮੇਰੇ ਵਰਗੇ ਇਹੋ ਜਿਹੇ ਵੀ ਹੈ ਜੋ ਚਾਰਾਂ ਦੀ ਲੋੜ ਨਹੀਂ ਸਮਝਦੇ, ਆਪਣੇ ਕੋਲੋਂ ਹੀ ਕਹਿ ਦਿੰਦੇ ਆਖੋ ਸਤਿਨਾਮ। ਉਹ ਵੀ ਬਹੁਤ ਨੇ ਮੇਰੇ ਵਰਗੇ, ਨਾ ਕਿਸੇ ਗ੍ਰੰਥ ਚੋਂ ਪੜ੍ਹੀ, ਨਾ ਕਿਸੇ ਤੋਂ ਸੁਣੀ, ਨਾ ਅੱਖਾਂ ਨਾਲ ਦੇਖੀ, ਆਪਣੇ ਕੋਲੋਂ ਹੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣ ਲੋ, ਨਾ ਤਾਂ ਕਿਤੋਂ ਲਿਖੀ ਹੋਈ ਚੀਜ਼ ਪੜ੍ਹ ਕੇ ਸੁਣਾਈ ਹੈ, ਨਾ ਕਿਸੇ ਤੋਂ ਸੁਣ ਕੇ ਕਹਿਤਾ। ਆਪਣੇ ਕੋਲ ਦੀ ਤਾਂ ਗੱਲੇ ਛੱਡੋ, ਇੱਥੇ ਉਹੀ ਕੁਝ ਲਿਖਿਆ ਜੋ ਐਨ ਪਰਖ ਕੇ ਦੇਖ ਲਿਆ। ਆ ਸੁਣੋ ਬਚਨ, ਬੋਲ ਦੇਖ ਕੇ ਕਹਿ ਦੋਗੇ 40 ਕੁਇੰਟਲ ਹੋਊ, ਹੋਰ ਆਊਗਾ ਕਹਿੰਦਾ 30 ਹੋਣੇ ਆ। ਪਰ ਇੱਥੇ ਕੀ ਸ਼ਬਦ ਲਿਖਿਆ? ਸਭ ਤੀਰਥ, ਸਾਰੇ ਤੀਰਥਾਂ ਦੀ ਯਾਤਰਾ। ਤੀਰਥਾਂ ਤੇ ਜਾ ਕੇ ਕੀਤੇ ਪੁੰਨ, ਤੇ ਪਹਾੜਾਂ ਤੇ ਗੁਫਾ ਵਿੱਚ ਬੈਠ ਕੇ ਕੀਤੇ ਤਪ, ਤੇ ਕੀਤੇ ਹੋਏ ਜੱਗਾਂ ਦਾ ਫਲ ਗੁਰੂ ਰਾਮਦਾਸ ਕਹਿੰਦੇ ਤੋਲ ਤੁਲਾਹਾ। ਅਸੀਂ ਤੁਲਹਾ ਕੰਡਾ ਲਾ ਕੇ ਤੋਲਿਆ, ਉਹਨਾਂ ਨੂੰ ਅਨੁਮਾਨ ਨਹੀਂ ਲਾਇਆ, ਉਹੀ ਵੇਖ ਕੇ ਨਹੀਂ ਕਹਿਤਾ। ਸਭ ਤੀਰਥ ਭਾਰਤ ਜਗ ਪੁੰਨ ਤੋਲ ਤੁਲਾਹਾ। ਕੀ ਨਿਕਲਿਆ? ਕੰਡੇ ਨੇ ਕੀ ਦੱਸਿਆ ਤੋਲ ਕੇ? ਹਰ ਘਰ ਨਾਮ ਨ ਪੁਜੈ ਪੁਜਾ। ਤਖੜੀ ਨੇ ਨਿਰਖ ਕਰ ਦਿੱਤਾ, ਫੈਸਲਾ ਦੇ ਦਿੱਤਾ, ਇਹ ਜੱਗਾਂ ਦਾ ਫਲ, ਇਹ ਤੀਰਥਾਂ ਦੀ ਯਾਤਰਾ, ਇਹ ਪੁੰਨ, ਇਹ ਪੁੱਠੇ ਲਟਕਣਾ, ਧੂਣੇ ਤਾਪਣਾ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜੇ। ਅਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰ ਘਰ ਨਾਮ ਅਤੁੱਲ ਅਤ ਭਾਰੀ। ਕਿਉਂ ਨਹੀਂ ਪੁੱਜੇ? ਕਿਉਂਕਿ ਵਾਹਿਗੁਰੂ ਦੇ ਭਾਰ ਨੂੰ ਕੋਈ ਤੋਲੇ ਨਹੀਂ ਸਕੇ, ਉਹਦੇ ਨਾਮ ਦੇ ਵਜਨ ਨੂੰ ਅਤੁੱਲ। ਜੱਗਾਂ ਦਾ ਵੀ ਫਲ ਤੋਲਿਆ ਵੇ, ਇੰਨੇ ਜੱਗ ਕਰਾਏਗਾ ਕੁਝ ਮਿਲੂ, ਇੰਨੇ ਪਾਠ ਕਰੇਗਾ ਕੁਝ ਮਿਲੂ। ਆਪਣੇ ਗੁਰਦੁਆਰੇ ਚ ਵੀ ਹੈਗਾ, ਜੇ 51 ਦੇਗਾ ਸਿਰੋਂ ਪਾਉ ਮਿਲੂ। ਸਤਨਾਮ ਹੈ ਤੋਲਤਾ ਨਾ ਫਲ 51 ਦਾ, ਇੰਨੀ ਕੁ ਚੀਜ਼ ਮਿਲਣੀ 51 ਦੀ। ਦੁੱਖ ਨਾ ਮਨਾਇਓ ਕੋਈ ਪ੍ਰੇਮੀ, ਮੇਰੀਆਂ ਤਾਂ ਬੇਨਤੀ ਹੈ, ਦੇਗ ਵੀ ਤਾਂ ਤੋਲੀ ਵੀ ਆ ਵੀ 5 ਦੀ ਕਿੰਨੀ ਕੁ ਮਿਲਣੀ ਹੈ, 11 ਦੀ ਕਿੰਨੀ ਕੁ, ਉਹ ਵੀ ਫਲ ਤੋਲ ਚ ਆ ਗਿਆ। ਤੇ ਗੁਰਮੁਖ ਪਿਆਰਿਓ, ਕਿਹੜੀ ਕਿਹੜੀ ਕਰਮ ਕਾਂਡ ਰਮਾਲਾ ਲਿਆਓਗੇ ਗੁਰੂ ਜੀ ਨੂੰ, ਉਹ ਵੀ ਮਿਣਤੀ 101 ਦਾ 181 ਦਾ। ਤੋਲੋ ਕੋਈ ਵਾਹਿਗੁਰੂ ਦੇ ਨਾਮ ਨੂੰ, ਪਾਓ ਕੋਈ ਉਹਦਾ ਮੁੱਲ ਕਿੰਨੇ ਕੁ ਦਾ, ਕੋਈ ਮਿਣੇ ਨਹੀਂ ਸਕਿਆ, ਕੋਈ ਤੋਲੇ ਨਹੀਂ ਸਕਿਆ। ਵੱਡੇ ਮੇਰੇ ਸਹਿਬਾ ਜੀ ਗਹਿਰ ਗੰਭੀਰਾ ਗੁਣੀ ਗਗੀਰਾ, ਵੱਡੇ ਮੇਰੇ ਸਹਿਬਾ
ਚੇਤਾ ਕੇਵੜ ਚੀਰਾ ਕੋਈ ਨਾ ਜਾਣੇ ਜੀ ਤੇਰਾ ਚੇਤਾ ਕੇਵੜ ਚੀਰਾ। ਵੱਡੇ ਮੇਰੇ ਸਹਿਬਾ ਜੀ ਗੈਰ ਗੰਭੀਰ ਗੁਣੀ ਗਗੀਰ। ਵੱਡੇ ਮੇਰੇ ਸਹਿਬਾ ਜੀ ਗੈਰ ਗੰਭੀਰ ਗੁਣੀ ਗਗੀਰ। ਸਾਹਿਬਾ ਜੀ ਗੈਰ ਗੰਭੀਰਾ ਗੁਣੀ ਗਗੀਰਾ। ਵੱਡੇ ਮੇਰੇ ਸਾਹਿਬਾ ਜੀ ਗੈਰ ਗੰਭੀਰਾ ਗੁਣੀ ਗਗੀਰਾ। ਸਿਮਰਤੀ ਪੇਖੇ ਸਰਣ ਪੂਜ ਸਨਾਰੀ ਹਰ ਨਾਨਕ ਨਾਮ ਬੋਲ। ਕੋਈ ਤਖੜੀ ਕੋਈ ਮਾਪ ਕੋਈ ਗਿਣਤੀ ਉੱਥੇ ਪੁੱਜੇ ਨਹੀਂ ਸੀ। ਚੌਥੇ ਪਾਤਸ਼ਾਹ ਕਹਿੰਦੇ ਸਾਰਿਆਂ ਜੱਗਾਂ ਦਾ ਸਾਰਿਆਂ ਪੁੰਨਾਂ ਦਾ ਤੀਰਥਾਂ ਦਾ ਫਲ ਅਸੀਂ ਜੋਖਿਆ ਪਰ ਵਾਹਿਗੁਰੂ ਦੇ ਨਾਮ ਤੱਕ ਕੋਈ ਪੁੱਜੇ ਨਹੀਂ ਸਕੇ। ਹਰ ਹਰ ਨਾਮ ਨਾ ਪੁੱਜੇ ਪੁਜਾ। ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਇੱਕੋ ਚੀਜ਼ ਬਖਸ਼ ਦਿੱਤੀ ਜਿਹਦੇ ਵਿੱਚੋਂ ਸੱਚ ਵੀ ਮਿਲ ਜਾਵੇ ਤੇ ਜਿਹਦੇ ਵਿੱਚੋਂ ਜਗ ਵੀ ਹੋ ਜਾਣ ਦਾਨ। ਤੀ ਰਹਿ ਗਈ ਪੂਜਾ। ਇਹਦਾ ਫਿਰ ਮਹਾਰਾਜ ਦਾ ਇੱਕ ਫੈਸਲਾ ਸੁਣ ਲਓ ਸਾਰੇ ਪ੍ਰੇਮੀ। ਮਹਾਰਾਜ ਕਹਿੰਦੇ ਵੇਦਾਂ ਦੀਆਂ ਰੀਤੀਆਂ ਪੁਰਾਣਾਂ ਦੀ ਮਰਜ਼ਾਦਾ 6 ਸ਼ਾਸਤਰਾਂ ਦਾ ਸੰਵਿਧਾਨ ਇੱਕੋ ਕਹਿੰਦਾ ਦੋ ਧੂਪਾਂ ਪਾਓ ਗੋਲਕ ਵਿੱਚ ਮਾਇਆ ਲਿਆਓ ਚੌਲ ਬਣਾ ਕੇ ਲਵਾਓ ਖੀਰ ਦਾ ਭੋਗ। ਸਾਰੇ ਵੇਦ ਪੁਰਾਣ ਕੀ ਕਹਿੰਦੇ ਨੇ? ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਕਰੀ ਜਾ ਪੂਜਾ ਕਰੀ ਜਾ ਉਪਾਸਨਾ। ਕਿਹਾ ਸੀ ਨਾ ਰਵਿਦਾਸ ਨੂੰ। ਮਨਾਰਸ ਦੇ ਪੰਡਤ ਕਹਿੰਦੇ ਓਏ ਜੁੱਤੀਆਂ ਗੰਢਣ ਵਾਲਿਆ ਇੱਥੇ ਲਾਉਣੇ ਚੰਮ ਨੂੰ ਤੋਪੇ ਬੈਠੇ ਭੂੰਜੇ ਪੈਂਦੀ ਹੈ ਲੋਕਾਂ ਦੀ ਧੂੜ। ਕਰਦੇ ਹਰੇ ਕ੍ਰਿਸ਼ਨ ਰਾਮ ਜੀ। ਇਹ ਕੋਈ ਨਾਮ ਜਪਣ ਦਾ ਤਰੀਕਾ ਨਾ ਤੇਰੇ ਕੋਲ ਮੰਦਰ ਹੈ ਨਾ ਤੇਰੇ ਕੋਲ ਠਾਕਰ ਹੈ ਨਾ ਤੇਰੇ ਕੋਲ ਚਾਂਦੀ ਦੇ ਕੌਲ ਹੈ ਨਾ ਤੇਰੇ ਕੋਲ ਕੇਸਰ ਹੈ ਨਾ ਤੇਰੇ ਕੋਲ ਭੋਗ ਲਵਾਉਣ ਨੂੰ ਪ੍ਰਸ਼ਾਦ ਹੈ। ਤੱਪੜ ਤੇ ਹੀ ਬੈਠਾ ਰਾਮ ਰਾਮ ਕਰਦੇ ਜੁੱਤੀਆਂ ਗੰਢਦਾ। ਰਵਿਦਾਸ ਕਹਿੰਦਾ ਬਿਲਕੁਲ ਸੱਚ ਬੋਲਦੇ ਹੋ। ਮੇਰੇ ਕੋਲ ਕੁਝ ਵੀ ਨਹੀਂ। ਤੁਹਾਡੇ ਕੋਲ ਮੰਦਰ ਵੀ ਹੈਗੇ ਠਾਕਰ ਵੀ ਹੈਗੇ ਕੇਸਰ ਵੀ ਹੈਗਾ ਭਾਤ ਪਹਿਤ ਕਰ ਲਾਪ ਸੀ ਕਰ ਕਰਾ ਕਾ ਸਾਰ। ਇਹ ਵੀ ਚੀਜ਼ਾਂ ਚੌਲਾਂ ਦੇ ਥਾਲ ਵੀ ਹੈਗੇ ਕੜਾਹ ਦੇ ਵੀ ਹੈਗੇ ਇਹ ਸਭ ਕੁਝ ਹੈਗਾ। ਟੱਲੀਆਂ ਵੀ ਹੈਗੀਆਂ ਕੇਸਰ ਵੀ ਹੈਗਾ। ਮੇਰੇ ਕੋਲ ਕੁਝ ਵੀ ਨਹੀਂ। ਪਰ ਪੰਡਤੋਂ ਸੁਣ ਲਓ ਕੰਨ ਖੋਲ ਕੇ ਜਿਹਨੂੰ ਭੋਗ ਲਵਾਉਨੇ ਹੋ ਜਿਹਨੂੰ ਤਿਲਕ ਲਾਉਨੇ ਹੋ ਜਿਹਨੂੰ ਦਿੰਦੇ ਹੋ ਉਹ ਉੱਥੇ ਹੈ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੈਸਾ ਜਵਾਬ ਦਿੱਤਾ ਰਵਿਦਾਸ ਜੀ ਨੇ। ਮੇਰੇ ਕੋਲ ਨਾ ਮੰਦਰ ਨਾ ਭੋਗ। ਤੁਹਾਡੇ ਕੋਲ ਉਹ ਨਹੀਂ ਹੈ ਜਿਹਨੇ ਭੋਗ ਲਾਉਣਾ। ਉਹ ਕੋਈ ਮੂਰਤ ਥੋੜੋ ਹੈ ਉਹ ਕੋਈ ਮੰਦਰ ਥੋੜੋ ਹੈ। ਉਹ ਤਾਂ ਪਰਮੇਸ਼ਰ ਹੈ। ਪਰਮੇਸ਼ਰ ਕੀ ਹੈ? ਉਹ ਨਾਮ। ਤੁਹਾਡੇ ਕੋਲ ਮੰਦਰ ਹੈ ਤੁਹਾਡੇ ਕੋਲ ਭੋਗ ਹੈ ਪਦਾਰਥ ਹੈ ਤੇ ਮੇਰੇ ਕੋਲ ਭੋਗ ਲਾਉਣ ਵਾਲਾ ਹੈ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੈਸਾ ਸ਼ਬਦ ਉਚਾਰਨ ਕੀਤਾ ਭਗਤ ਜੀ ਨੇ।
ਨਾਮ ਤੇਰੋ ਆਰਤੀ। ਉਹਨਾਂ ਨੇ ਆਖਿਆ ਸੀ ਨਾ ਦੀਵੇ ਨਹੀਂ ਜਗਾਉਂਦਾ, ਆਰਤੀ ਨਹੀਂ ਤਾਰਦਾ, ਪੂਜਾ ਨਹੀਂ ਕਰਦਾ। ਕਹਿੰਦਾ ਹੈ ਪੰਡਤੋ, ਉਹਦਾ ਨਾਮ ਹੀ ਮੇਰੀ ਆਰਤੀ ਹੈ, ਉਹਦਾ ਨਾਮ ਹੀ ਮੱਜਨ ਗੰਗਾ ਦੇ ਗੋਤੇ ਹੈ। ਮੇਰੇ ਕੋਲ ਨਾਮ ਹੈ, ਤੁਹਾਡੇ ਕੋਲ ਪਸਾਰਾ ਹੈ। ਇਸ ਕਰਕੇ ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਇੱਕ ਭਗਤ ਨੇ ਨਹੀਂ ਕਿਹਾ, ਗੁਰੂ ਅਰਜਨ ਤੋਂ ਸੁਣ ਲਓ। ਮਹਾਰਾਜ ਕਹਿੰਦੇ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਸਭ ਕੇ ਹੈ ਵਿੱਚੇ ਆ ਗਏ ਕਰਮ ਕਾਂਡ, ਵਿੱਚੇ ਆ ਗਏ ਦਾਨ ਪੁੰਨ, ਵਿੱਚੇ ਆ ਗਈ ਤੀਰਥ ਦੀ ਯਾਤਰਾ। ਜੇ ਵਾਹਿਗੁਰੂ ਦਾ ਨਾਮ ਨਹੀਂ, ਸਭ ਬਿਰਥੇ। ਪ੍ਰਮਾਣ ਦਿੱਤਾ ਤੁਹਾਡੇ ਪਿੰਡ ਦਾ ਹੀ, ਤੁਹਾਡੇ ਘਰ ਦਾ ਹੀ। ਕਿੰਨੀ ਸਾਦੀ ਗੱਲ ਸਮਝਾ ਰਹੇ। ਕੋਈ ਵੇਦਾਂ ਦਾ ਪ੍ਰਮਾਣ ਨਹੀਂ ਲੈ ਕੇ ਸਮਝਾਇਆ, ਕਿਹੜਾ ਸਮਝ ਜਾਂਦਾ ਆਪਣੇ ਨੂੰ। ਜਿਉ ਕਿਰਪਨ ਕੇ ਨਿਰਾਰਥ ਦਾਮ। ਉਹਦਾ ਆਪਣੇ ਘਰਾਂ 'ਚ ਹੁੰਨੇ ਆ, ਲੋਭੀ ਕੰਜੂਸ ਬੰਦੇ ਪਿੰਡਾਂ 'ਚ ਆਪਣੇ ਹੀ ਰਹਿਣੇ। ਕਿਰਪਨ ਦਾ ਅਰਥ ਹੈ ਕੋਲ ਚੀਜ਼ ਆਵੇ ਜਾਵੇ ਨਾ, ਉਹਨੂੰ ਕਹਿੰਦੇ ਕਿਰਪਨ। ਕੰਜੂਸ ਆਵੇ ਚੀਜ਼ ਜਾਵੇ ਨਾ। ਉਹ ਜਿਹੜਾ ਲੋਭੀ ਬੰਦਾ ਹੁੰਦਾ ਨਾ ਕੰਜੂਸ, ਪੰਜਾਬ ਸਿੰਧ ਬੈਂਕ 'ਚ ਕਾਪੀ ਤਾਂ ਉਹਦੇ ਨਾਂ ਹੀ ਹੁੰਦੀ ਹੈ, 40,000 50,000 ਉਹਦਾ ਹੀ ਧਨ ਹੁੰਦਾ, ਕਮਾਇਆ ਵਾ ਉਹਦਾ ਹੀ ਨਾਂ ਹੁੰਦੀ ਹੈ, ਮਾਲਕ ਵੀ ਉਹੀ ਹੁੰਦਾ ਹੈ। ਪਰ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਨੇ? ਕਹਿੰਦੇ ਪੋਹ ਦੇ ਮਹੀਨੇ, ਮਾਘ ਦੇ ਮਹੀਨੇ, ਰਾਤ ਨੂੰ ਪਏ ਪਏ ਦੇ ਠੰਡ ਨਾਲ ਗੋਡੇ ਭਾਵੇਂ ਕੰਨਾਂ ਕੋਲ ਚਲੇ ਜਾਣ ਪਰ ਕੰਬਲ ਨਹੀਂ ਲਊਗਾ। ਸਤਨਾਮ ਸ੍ਰੀ ਵਾਹਿਗੁਰੂ। ਰਜਾਈ ਨਹੀਂ ਬਣਾਊਗਾ ਉਹਨਾਂ ਪੈਸਿਆਂ ਚੋਂ। ਢਿੱਡ ਦੁਖੀ ਜਾਵੇ, ਗੁਆਂਢੀਆਂ ਨੂੰ ਤਾਂ ਸੌਣ ਨਹੀਂ ਦਊ, ਪਰ ਚਵਾਨੀ ਦੀ ਬੱਟੀ ਨਹੀਂ ਲੈ ਸਕਦਾ। ਕਹੂਗਾ ਆਪੇ ਹਟ ਜੂਗਾ। ਸਤਨਾਮ ਸ੍ਰੀ ਵਾਹਿਗੁਰੂ। ਲਓ ਗੁਰਮੁਖੋ, ਆਹ ਕੰਮ ਹੋਣਾ ਆਪਣੇ ਨਾਲ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜੇ ਕੰਮ ਕਾਰਜ ਕਰਦਾ ਫਿਰਦੇ ਨਾ, ਤੇਰੇ ਨਾਂ ਤਾਂ ਲਿਖੋ ਜਾਣੇ ਐ, ਪਰ ਸੁਖ ਨਹੀਂ ਲੈ ਸਕੇਗਾ। ਲੋਭੀ ਦਾ ਧਨ ਤਾਂ ਉਹਦੇ ਨਾਂ ਹੀ ਹੁੰਦਾ, ਪਰ ਸੁਖ ਨਹੀਂ ਲੈ ਸਕਦਾ। ਸੁਖ ਕੋਈ ਹੋਰੇ ਲੈ ਜਾਂਦਾ। ਇਹੀ ਬਚਨ ਇੱਕ ਜਗ੍ਹਾ ਨਹੀਂ, ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, 10 ਸਰੂਪ ਪਾਪਾਂ ਨੂੰ ਬਖਸ਼ੇ, 10 ਦੀ ਜਾਗ ਦੀ ਜੋਤ ਬਖਸ਼ੀ। ਇੰਨੀ ਕਿਰਪਾ ਕਰ ਦਿੱਤੀ, ਧੁਰ ਪਹੁੰਚਾਉਣ ਵਾਲੀ ਉਹ ਚੀਜ਼ ਰੁਕਾਵਟੇ ਨਾ ਪਵੇ। ਇੱਥੇ ਅੱਡੇ 'ਚ ਖੜਦੇ ਆ ਤੁਸੀਂ, ਜੇ ਤੁਸੀਂ ਬਠਿੰਡੇ ਜਾਣਾ ਹੋਵੇ ਨਾ, ਜਾਂ ਬੱਚਿਆਂ ਨੂੰ ਚੜਾਉਣਾ ਹੋਵੇ, ਖਿਆਲ ਕਰੋਗੇ ਜੇ ਧੁਰ ਦੀ ਉਹ ਬੱਸ ਮਿਲ ਜਾਵੇ ਠੀਕ ਹੈ। ਜੇ ਮਿਲੀ ਰਸਤੇ ਦੀ, ਭਵਾਨੀਗੜ੍ਹ ਨਿਆਣਿਆਂ ਨੇ ਉਤਰਨਾ ਹੋਇਆ, ਭਵਾਨੀਗੜ੍ਹ ਤੋਂ ਸੰਗਰੂਰ ਦੀ ਮਿਲ ਗਈ, ਦੇਖੋ ਫਿਕਰੇ ਰਹੂਗਾ। ਖਬਰ ਇੱਕ ਅੱਡੇ 'ਚ ਮਿਲੇ ਹੀ ਨਾ। ਅੱਜ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਇੱਥੋਂ ਮਿਲ ਗਈ ਧੁਰ ਦੀ, ਗੱਲਾਂ ਕਰੋਗੇ ਹੁਣ ਫਿਕਰੇ ਨਹੀਂ, ਘਰੇ ਜਾ ਕੇ ਉਤਰਨਗੇ। ਅੱਜ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕੰਮ ਕੀਤਾ ਆਪਾਂ ਨੂੰ। ਆ ਜਿਹੜੀ ਧੁਰ ਕੀ ਬਾਣੀ ਜਿਹਨੂੰ ਪ੍ਰਾਪਤ ਹੋ ਗਈ, ਬਸ ਧੁਰੇ ਬਚਾ ਦੂ। ਫਿਕਰੇ ਨਹੀਂ ਵੀ ਰਸਤੇ 'ਚ ਬਦਲਣਾ ਪਊ, ਰੁਕਾਵਟ ਪੈ ਜੂ। ਭਾਈ ਗੁਰਦਾਸ ਤੋਂ ਗੁਰੂ ਅਰਜਨ ਨੇ ਪੁੱਛਿਆ, ਓਏ ਗੁਰਮੁਖਾ, ਤੈਨੂੰ ਲਿਖਾਰੀ ਬਣਾਇਆ, ਸੱਚੀ ਬਾਣੀ ਲਿਖਣੀ ਹੈ, ਧੁਰ ਕੀ ਬਾਣੀ ਲਿਖਣੀ ਹੈ, ਤੈਨੂੰ ਪਛਾਣ ਹੈ? ਦੇਖੋ ਕੈਸਾ ਸਵਾਲ। ਪਛਾਣ ਹੈ ਕੱਚੀ ਪੱਕੀ ਬਾਣੀ ਦੀ? ਕਹਿੰਦਾ ਜੀ ਬਿਲਕੁਲ ਹੈ।
ਸਤਿਗੁਰੂ ਕਹਿੰਦੇ ਕਿਵੇਂ ਹੈ ਤੈਨੂੰ ਪਛਾਣ? ਉਹੀ ਕਹਿਤਾ ਕਿਵੇਂ ਪਛਾਣ ਹੈ ਤੈਨੂੰ? ਦੇਖੋ ਫਿਰ ਭਾਈ ਗੁਰਦਾਸ ਨੇ ਜਵਾਬ ਪਤਾ ਕੀ ਦਿੱਤਾ ਸੀ? ਕਹਿੰਦਾ ਮਹਾਰਾਜ ਕਨਾਤ ਲਾ ਦੋ, ਇੱਕ ਪਾਸੇ 1000 ਬੰਦਾ ਬਿਠਾ ਦੋ, ਇੱਕ ਪਾਸੇ 1000 ਬੀਬੀਆਂ ਨੂੰ ਬਿਠਾ ਦੋ, ਗੱਭੇ ਕਰ ਦੋ ਪੜਦਾ। ਉਹ 1000 ਬੰਦਿਆਂ ਵਿੱਚੋਂ ਇੱਕ ਬੰਦਾ ਜਦ ਬੋਲੂਗਾ ਨਾ, ਦੂਜੇ ਪਾਸੇ ਉਹਦੀ ਘਰ ਵਾਲੀ ਨੇ ਜਦੇ ਪਛਾਣ ਲੈਣਾ ਮੇਰਾ ਪਤੀ ਬੋਲਦਾ। ਦੇਖਣ ਦੀ ਲੋੜ ਨਹੀਂ, ਪੁੱਛਣ ਦੀ ਲੋੜ ਨਹੀਂ, ਆਵਾਜ਼ ਦੱਸ ਦੂਗੀ ਇਹ ਮੇਰਾ ਪੁੱਤ ਬੋਲਦਾ, ਇਹ ਮੇਰਾ ਘਰ ਵਾਲਾ ਬੋਲਦਾ, ਮਾਲਕ ਬੋਲਦਾ। ਸਤਿਗੁਰੂ ਮੈਨੂੰ ਵੀ ਆਪਣੇ ਮਾਲਕ ਦੀ ਪਛਾਣ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਵੀ ਜਦੇ ਪਰਖ ਲੂੰਗਾ ਇਹ ਮੇਰੇ ਮਾਲਕ ਦੀ ਆਵਾਜ਼ ਹੈ ਕਿ ਕਿਸੇ ਹੋਰ ਦੀ ਆਵਾਜ਼ ਹੈ। ਪਛਾਣ ਹੋ ਜਾਂਦੀ ਹੈ। ਮੈਨੂੰ ਪਛਾਣ ਹੈ ਕੱਚੀ ਪੱਕੀ ਬੋਲੀ ਦੀ, ਆਪਣੇ ਮਾਲਕ ਦੀ ਬਾਣੀ ਦੀ ਪਛਾਣ ਸੀ। ਭਗਤ ਭਾਈ ਗੁਰਦਾਸ ਜੀ ਨੂੰ ਦੁੱਖ ਦੀ ਗੱਲ ਤੈਅ ਹੋ ਗਈ। ਅੱਜ ਪੁੱਤਾਂ ਨੂੰ ਆਪਣੇ ਬਾਪ ਦੀ ਉਹ ਪਛਾਣ ਨਹੀਂ ਰਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਪੁੱਤ ਕਹਾਉਣ ਦੇ ਹੱਕਦਾਰ। ਆ ਪੁਲਿਸ ਵਾਲੇ ਵੀ ਨਾ ਚੋਰੀ ਦੀ ਚੀਜ਼ ਉਹਨੂੰ ਦਿੰਦੇ ਆ ਜਿਹੜਾ ਪਛਾਣ ਲਵੇ ਵੀ ਮੇਰੀ ਆਹ ਹੈ। ਪਛੀਨ ਕੋਈ ਹੁੰਦੀ ਹੈ ਨਾ। ਤੇ ਆਪਾਂ ਕਿੱਥੇ ਜਾਵਾਂਗੇ? ਆਪਾਂ ਨੂੰ ਆਪਣੇ ਗੁਰੂ ਦੀ ਉਹ ਪਛਾਣ ਨਹੀਂ ਰਹੀ। ਆਖੋ ਸਤਨਾਮ। ਆਪਣੇ ਬਾਪ ਦੀ ਉਹ ਪਛਾਣ ਨਹੀਂ ਰਹੀ। ਜੇ ਪਛਾਣ ਹੁੰਦੀ ਫਿਰ ਮਤਿਆਂ ਕੋਲ ਕਾਹਨੂੰ ਜਾਂਦੇ? ਭਾਈ ਗੁਰਦਾਸ ਜੀ ਕਹਿੰਦੇ ਮੈਨੂੰ ਪਛਾਣ, ਤੁਸੀਂ ਬੋਲੋ ਅੱਖਰ ਅੱਖਰ ਪਛਾਣੂਗਾ ਇਹ ਮੇਰੇ ਮਾਲਕ ਦੀ। ਮਾਲਕ ਰਹਿੰਦਾ ਧੁਰ ਦਰਗਾਹ ਸੱਚਖੰਡ। ਇਹ ਫਿਰ ਰਸਤੇ ਚੋਂ ਫੜੀ ਹੋਈ ਬਾਣੀ ਨਹੀਂ, ਇਹ ਕਿਸੇ ਦੇ ਮੂੰਹ ਤੋਂ ਉਚਾਰੀ ਹੋਈ ਬਾਣੀ ਨਹੀਂ, ਇਹ ਕਿਸੇ ਗ੍ਰੰਥ ਚੋਂ ਪੜ੍ਹ ਕੇ ਲਿਖਾਈ ਹੋਈ ਬਾਣੀ ਨਹੀਂ। ਇਹ ਬਾਣੀ ਵੀ ਉੱਥੋਂ ਹੀ ਲਿਆਂਦੀ ਜਿੱਥੇ ਤੈਨੂੰ ਪਹੁੰਚਾਉਣਾ। ਜਿੰਨੀ ਕੁ ਪੌੜੀ ਹੋਵੇ ਉੱਥੀ ਪਹੁੰਚਾਊ। ਜੇ ਪੌੜੀ ਇੱਕ ਮੰਜ਼ਿਲ ਨੂੰ ਹੀ ਲੱਗੀ ਹੈ, ਚੁਬਾਰਿਆ ਜਿਹੜਾ ਗਾਹਾਂ ਲੈ ਚੜਨ ਤੇ ਰਹਿ ਜਾਏਗਾ। ਇਹ ਪਹਿਲੀਆਂ ਪੌੜੀਆਂ ਜਗ ਕਰਮ ਤੀਰਥ, ਇਹ ਰਸਤੇ ਦੀਆਂ ਪੌੜੀਆਂ। ਪਰ ਜਿਹੜੀ ਵਾਹਿਗੁਰੂ ਦੀ ਬਾਣੀ ਹੈ, ਨਾਮ ਦੀ ਪੌੜੀ ਹੈ, ਇਹ ਧੁਰ ਤੱਕ ਲੱਗੀ ਹੋਈ ਹੈ। ਤੂੰ ਚੜਨ ਵਾਲਾ ਬਣ। ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾ। ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ। ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ। ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ। ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ। ਇਹ ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ। ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ। ਸਗਲੀ ਚਿੰਤ ਮਿਟਾਈ। ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ। ਸੋ ਭਾਈ ਭਾਗਾਂ ਵਾਲਾ ਸਮਾਂ ਹੁੰਦਾ ਜਦੋਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੀਏ, ਬਾਣੀ ਸੁਣੀਏ,
ਬਸ ਸਮਝ ਲਓ ਵੀ ਸਿਰੇ ਪਹੁੰਚਾਉਣ ਵਾਲੀ ਉਹ ਚੀਜ਼ ਮਿਲ ਗਈ। ਉਹ ਹੈ ਸਤ ਸੰਗਤ। ਬੜੀ ਕਿਰਪਾ ਕੀਤੀ ਹੈ ਪ੍ਰਬੰਧਕਾਂ ਨੇ, ਬੜੀ ਨੱਠ ਭੱਜ ਕੀਤੀ ਹੈ। ਸ਼ੁਭ ਅਵਸਰ ਸੇਵਾ ਤੇ ਸਿਮਰਨ ਦਾ ਮਿਲਿਆ। ਜਿੰਨਾ ਵੱਧ ਤੋਂ ਵੱਧ ਸਮਾਂ ਮਿਲੇ ਕੱਢ ਕੇ ਭਾਈ ਉਸ ਚੀਜ਼ ਨਾਲ ਜੁੜੋ ਜਿੱਥੇ ਜਾਣ ਵਾਸਤੇ ਮਨੁੱਖ ਜਨਮ ਮਿਲਿਆ। ਜਿਹੜੀ ਚੀਜ਼ ਸਾਨੂੰ ਉੱਥੇ ਹੀ ਪਹੁੰਚਾ ਦੇਵੇ ਉਹ ਹੈ ਤੁਰ ਕੀ ਬਾਣੀ। ਦਸਮ ਪਾਤਸ਼ਾਹ ਦੇ ਜਿਹੜੇ ਪ੍ਰਮਾਣ ਨੇ, ਬੰਨ ਲਿਆ ਮਹਾਰਾਜ ਨੇ ਖੰਭ, ਤੀਰ ਮਾਰੇ, ਅੱਗੇ ਨਿਤ ਚੁੱਕੇ ਲਿਆਉਂਦੇ ਸੀ ਸਿੱਖ, ਉਦਣ ਲੱਭੇ ਹੀ ਨਹੀਂ। ਮਹਾਰਾਜ ਕਹਿੰਦੇ ਖਾਲੀ ਮੁੜਿਆ ਹੈ। ਕਹਿੰਦੇ ਮਹਾਰਾਜ ਹੇਠ ਗਿਰੇ ਹੀ ਨਹੀਂ ਕੋਈ। ਅਸੀਂ ਦੇਖਦੇ ਰਹੇ ਤੇ ਜਦ ਤੁਸੀਂ ਛੱਡਦੇ ਤੇ ਡਿੱਗੇ ਹੀ ਨਹੀਂ। ਕਾਰਨ ਕੀ ਹੋ ਗਿਆ? ਮਹਾਰਾਜ ਕਹਿੰਦੇ ਸਿੱਖੋ ਅੱਜ ਤੀਰਾਂ ਨਾਲ ਉਹ ਚੀਜ਼ ਜੁੜ ਗਈ ਜਿਹੜੀ ਧਰਤੀ ਤੋਂ ਪਰੇ ਹੀ ਰਹਿੰਦੀ ਹੈ। ਸਤਨਾਮ ਸ੍ਰੀ ਵਾਹਿਗੁਰੂ। ਉਹ ਹਿਮਾਯੂ ਪੰਛੀ ਦਾ ਖੰਭ ਜੁੜ ਗਿਆ। ਉਹ ਧਰਤੀ ਤੋਂ ਉੱਪਰ ਰਹਿੰਦਾ, ਨਾਲੇ ਲੈ ਗਿਆ। ਇਹ ਵੀ ਧੁਰ ਕੀ ਬਾਣੀ। ਜੇ ਆਪਾਂ ਇਹਦੇ ਨਾਲ ਜੁੜ ਜਾਈਏ, ਜਿੱਥੋਂ ਸੱਚਖੰਡ ਤੋਂ ਆਈ ਹੈ ਉੱਥੇ ਹੀ ਲੈ ਜੂਗੀ। ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਸਾਹਿਬ ਧਨ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ ਧਨ ਹੈ। ਧਨ ਪਿਆਰਿਓ ਧਨ ਹੈ ਗੁਰੂ ਅਮਰਦਾਸ ਸਾਹਿਬ ਧਨ ਹੈ। ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ। ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ। ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ। ਹਰ ਗੋਬਿੰਦ ਸਾਹਿਬ ਧਨ ਹੈ। ਗੁਰੂ ਹਰ ਗੋਬਿੰਦ ਸਾਹਿਬ ਧਨ ਹੈ। ਧਨ ਹੈ ਸ਼੍ਰੀ ਹਰਿ ਰਾਏ ਸਾਹਿਬ ਧਨ ਹੈ। ਧਨ ਹੈ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ। ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ। ਧਨ ਹੈ ਗੁਰੂ ਤੇਗ ਬਹਾਦਰ ਧਨ ਹੈ। ਗੁਰੂ ਤੇਗ ਬਹਾਦਰ ਧਨ ਹੈ। ਧਨ
ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਨ ਧਨ ਹੈ ਸਾਧ ਸੰਗਤ ਜੀ ਧਨ ਗੁਰੂ ਪੰਥ ਖਾਲਸਾ ਧਨ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਪਾਵਨ ਗੁਰੂ ਪਾਣੀ ਮਾਤਾ ਧਰਤ ਮਾਤ ਰਾਤ ਕੋਈ ਸਾਈ ਨਾ ਤੇਰਾ ਸਗਲ ਵਾਜੇ ਧਰਮ ਹਜ਼ੂਰ ਆਪੋ ਆਪਣੀ ਜਿਹੜੇ ਤੇ ਦੂਰ ਨਾਮ ਤੇ ਆਇਆ ਗਏ ਮੁਕਤਬ ਕਾਲ ਨਾਨਕ ਸੇ ਪੂਜਲੇ ਕਿਤੇ ਸੁਖੀ ਨਾਲ ਨਾਮ ਤੇ ਆਇਆ ਗਏ ਮੁਕਤਬ ਕਾਲ ਨਾਨਕ ਸੇ ਪੂਜਲੇ ਕਿਤੇ ਸੁਖੀ ਨਾਲ ਲੇਖੇ ਵਿੱਚ ਲਾ ਲੋ ਦਾਤਾ ਜਨਮ ਤੁਮਾਰੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ 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 ਲੇਖ ਵਿੱਚ ਲਾ ਲੋ ਦਾਤਾ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ हम सरदीन दयाल न तुम सर अपतियार क्या कीजे बचनी तोर
मोर मन माने जन को पूरन दीज हाँ बल बल जाऊं रमैया कारने कारण कबन अबोल रहो बहुत जन्म बिछुरे ते माधो ये जन्म तुम्हारे लेखे कह रविदास आस लग जीवों चिर भयो दर्शन देखे चिर हो गया दर्शन देखे हो गया दर्शन देखे चिर हो गया दर्शन देखे चिर हो गया दर्शन देखे मैं आशा कर कर जीवा हो गया दर्शन फिर हो गया दर्शन देखे मैं आशा कर कर जीवा फिर हो गया दर्शन देखे फिर हो गया दर्शन देखे आशा कर कर जीवा हो गया दर्शन देखे मैं आशा कर कर जीवा फिर हो गया दर्शन देखे फिर हो गया दर्शन देखे बहुत जन्म बिछड़े थे माधो जन्म तुम्हारे कह रविदास आस लग जीवो फिर भयो दर्शन देखे गाओ मेरी रसना अमृत नाम प्यारे दा गो मेरी रस